ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ। ਹੋਪ ਸੋ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ। ਤਾਂ ਅੱਜ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਆਈ ਹਾਂ ਮੈਂ, ਤੇ ਇਹ ਅਪਡੇਟ ਹੈ ਜਿਹੜੀ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਅਪਡੇਟ ਹੈ, ਤੁਹਾਡੇ ਲਈ ਬਹੁਤ ਯੂਜ਼ਫੁਲ ਅਪਡੇਟ ਹੈ। ਕੀ ਅਪਡੇਟ ਹੈ ਆਪਾਂ ਗੱਲ ਕਰਦੇ ਹਾਂ। ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਿੱਖਿਆ ਨੀਤੀ ਦੇ ਬਾਰੇ। ਕੇਂਦਰ ਸਰਕਾਰ ਯਾਨੀ ਕਿ ਸੈਂਟਰਲ ਗਵਰਨਮੈਂਟ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ, ਤੇ ਉਸ ਦੇ ਅੰਡਰ ਕੀ ਹੈ, ਕੀ ਚੇਂजेस ਹੋਣਗੇ, ਉਹਦੇ ਰਿਲੇਟਡ ਆਪਾਂ ਗੱਲ करांगे। नई शिक्षा नीति को केंद्रीय कैबिनेट की मंजूरी, 10वीं बोर्ड खत्म, एमफिल भी होगा बंद। माननीय शिक्षा विभाग भारत सरकार द्वारा प्रस्तावित नई शिक्षा नीति 2020 को आज केंद्रीय कैबिनेट ने अपनी स्वीकृति प्रदान की है। ਜਿਹੜੀ ਇਹ शिक्षा नीति है ਇਹਨੂੰ ਲਿਆਉਣ ਦੀ ਗੱਲ 2020 ਤੋਂ ਚੱਲ ਰਹੀ ਹੈ, ਠੀਕ ਹੈ, 2020 ਤੋਂ ਚੱਲ ਰਹੀ ਹੈ ਇਹਨੂੰ ਲਿਆਉਣ ਦੀ ਗੱਲ, ਬਟ ਇਹਨੂੰ ਮਨਜ਼ੂਰੀ ਹੁਣ ਮਿਲੀ ਹੈ ਜਾ ਕੇ 2022 ਦੇ ਵਿੱਚ। आज केंद्र सरकार ने कैबिनेट की स्वीकृति के बाद 36 साल बाद देश में नई शिक्षा नीति लागू हो गई है। यानी कि केंद्र सरकार ने जदों ਇਹਨੂੰ ਮਨਜ਼ੂਰੀ ਦੇ ਦਿੱਤੀ ਹੈ, ਇਹ 36 ਸਾਲ ਬਾਅਦ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਗਈ ਹੈ ਦੇਸ਼ ਦੇ ਵਿੱਚ। 36 ਸਾਲ ਬਾਅਦ ਸਿੱਖਿਆ ਨੀਤੀ चेंज हुई है। कैबिनेट ने नई शिक्षा नीति न्यू एजुकेशन पॉलिसी 2020 को हरी झंडी दे दी। 34 साल बाद शिक्षा नीति में बदलाव किया गया है। नई शिक्षा नीति की उल्लेखनीय बातें सरल तरीके में इस प्रकार है। ਹੁਣ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹਦੇ ਵਿੱਚ ਕੀ ਚੇਂजेस ਨੇ, ਉਹਦੀਆਂ ਜਿਹੜੀਆਂ ਰਿਲੇਟਡ ਕੁਛ ਚੇਂजेस ਨੇ ਉਹਦੀਆਂ ਆਪਾਂ ਗੱਲ ਕਰ ਲੈਂਦੇ ਹਾਂ। ਕੀ ਮਤਲਬ ਇਹ ਡਿਫਰੈਂਟ ਹੈ ਪੁਰਾਣੀ ਸਿੱਖਿਆ ਨੀਤੀ ਤੋਂ। 5 ईयर फंडामेंटल, 3 ईयर ਪ੍ਰੈਪਰੇਟਰੀ, 3 ईयर ਮਿਡਲ, 4 ईयर ਸੈਕੰਡਰੀ। ਯਾਨੀ ਕਿ ਤੁਹਾਡੀ ਨਰਸਰੀ ਤੋਂ ਲੈ ਕੇ +2 ਤੱਕ ਦੀ ਜਿਹੜੀ ਸਟੱਡੀ ਆ ਉਹਨੂੰ ਇਹ 4 ਪੋਰਸ਼ਨਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਨਰਸਰੀ ਦੇ ਵਿੱਚ 4 ਸਾਲ ਦਾ ਬੱਚਾ ਨਰਸਰੀ 'ਚ ਲੱਗੇਗਾ, ਫਿਰ LKG 5 ਸਾਲ ਦਾ ਬੱਚਾ ਲੱਗੇਗਾ, ਫਿਰ UKG ਆਏਗੀ 6 ਸਾਲ ਦਾ ਬੱਚਾ, ਫਸਟ ਸੈਕਿੰਡ 7 ਤੇ 8 ਸਾਲ ਦਾ ਬੱਚਾ ਲੱਗੇਗਾ। ਇਹਨਾਂ 5 ਸਾਲਾਂ ਨੂੰ 5 ईयर ਫੰਡਾਮੈਂਟਲ ਦਾ ਨਾਮ ਦਿੱਤਾ ਗਿਆ ਹੈ। ਫਿਰ ਅੱਗੇ 3 ਸਾਲ ਤੁਹਾਡੇ 9 ਸਾਲ ਦਾ ਬੱਚਾ 3rd ਕਲਾਸ 'ਚ, 10 ਸਾਲ ਦਾ ਬੱਚਾ 4ਥੀ ਕਲਾਸ 'ਚ, 11 ਸਾਲ ਦਾ ਬੱਚਾ 5ਵੀਂ ਕਲਾਸ 'ਚ। ਇਹਨਾਂ 3 ਸਾਲਾਂ ਨੂੰ 3 ईयर ਪ੍ਰੈਪਰੇਟਰੀ ਦਾ ਨਾਮ ਦਿੱਤਾ ਗਿਆ ਹੈ। ਫਿਰ ਗੱਲ ਆ ਗਈ ਹੈ 12 ਸਾਲ ਦਾ ਬੱਚਾ 6ਵੀਂ ਕਲਾਸ, 13 ਸਾਲ ਦਾ ਬੱਚਾ 7ਵੀਂ ਕਲਾਸ, 14 ਸਾਲ ਦਾ ਬੱਚਾ 8ਵੀਂ ਕਲਾਸ 'ਚ। ਇਹਨਾਂ 3 ਸਾਲਾਂ ਨੂੰ 3 ईयर ਮਿਡਲ ਦਾ ਨਾਮ ਦਿੱਤਾ ਗਿਆ ਹੈ। ਫਿਰ 4 ਸਾਲ ਸੈਕੰਡਰੀ ਦੇ, 4 ईयर ਸੈਕੰਡਰੀ ਦੇ ਵਿੱਚ ਕੀ ਇੰਕਲੂਡ ਹੈ ਤੁਹਾਡੀ 9th 10th 11th 12th। ਯਾਨੀ ਕਿ ਇਹ ਜਿਹੜੀਆਂ 4 ਕਲਾਸਾਂ ਨੇ ਇਹ ਤੁਹਾਡੀਆਂ 4 ईयर ਸੈਕੰਡਰੀ ਦੇ ਵਿੱਚ ਇੰਕਲੂਡ ਕੀਤੀਆਂ ਗਈਆਂ ਨੇ। ਹੁਣ ਇਹਦੇ ਵਿੱਚ ਵਿਦਿਆਰਥੀਆਂ ਨੂੰ ਕੀ ਫਾਇਦਾ ਹੋਇਆ ਹੈ, ਜੇ ਇਹ ਸਿੱਖਿਆ ਨੀਤੀ ਲਾਗੂ ਕੀਤੀ ਗਈ ਤਾਂ ਵਿਦਿਆਰਥੀਆਂ ਨੂੰ ਕੀ ਫਾਇਦਾ ਹੋਇਆ ਹੈ ਉਹਦੀ ਆਪਾਂ ਗੱਲ ਕਰ ਲੈਂਦੇ ਹਾਂ। ਇਹਦੇ ਵਿੱਚ ਵਿਦਿਆਰਥੀਆਂ ਲਈ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਕੇਵਲ 12ਵੀਂ ਕਲਾਸ ਹੈ ਜਿਹੜੀ ਉਹ ਬੋਰਡ ਦੀ ਰਹੇਗੀ। ਤੁਸੀਂ ਥੱਲੇ ਪੜ੍ਹ ਸਕਦੇ ਹੋ, ਕੇਵਲ 12ਵੀਂ ਕਲਾਸ ਮੇਂ ਹੋਗਾ बोर्ड ਦੀ ਜਿਹੜੀ ਕਲਾਸ ਹੈ 12ਵੀਂ ਹੀ ਰਹੇਗੀ। ਜਿਹੜੇ 10ਵੀਂ ਤੇ 8ਵੀਂ ਦਾ ਬੋਰਡ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਪੰਜਾਬ ਗਵਰਨਮੈਂਟ ਨੇ ਬਣਾਇਆ ਸੀ, ਉਹ ਰੱਦ ਕਰ ਦਿੱਤਾ ਜਾਵੇਗਾ। ਸਿਰਫ ਤੇ ਸਿਰਫ ਜਿਹੜਾ 12ਵੀਂ ਕਲਾਸ ਦਾ ਬੋर्ड रहेगा, ठीक है। एमफिल होगा बंद, कॉलेज की डिग्री 4 साल की, ठीक है। उस तो बाद 10वीं बोर्ड ख़त्म, एमफिल भी होगा बंद। अब 5वीं तक के छात्रों को मातृभाषा, स्थानीय भाषा और राष्ट्रीय भाषा में ही पढ़ाया जाएगा। बाकी विषय चाहे तो अंग्रेजी क्यों ना हो एक सब्जैक्ट के तौर पर पढ़ाया जाएगा, ठीक है। यानी कि ਹੁਣ ਜਿੱਦਾਂ ਆਪਾਂ ਇੱਥੇ ਕਹਿ ਲੈਂਦੇ ਹਾਂ ਵੀ ਹਾਂ CBSE ਸਕੂਲਸ ਦੇ ਵਿੱਚ ਇੰਗਲਿਸ਼ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ, ਹਿੰਦੀ ਵੀ ਥੋੜ੍ਹੀ ਬਹੁਤੀ ਬੋਲਣ ਦਿੱਤੀ ਜਾਂਦੀ ਹੈ, ਬਟ ਜਿਹੜੀ ਪੰਜਾਬੀ ਦੀ ਲੈਂਗੁਏਜ ਹੈ ਉਹ ਬਿਲਕੁਲ ਵੀ ਨਹੀਂ CBSE ਸਕੂਲ ਦੇ ਵਿੱਚ ਅਲਾਊਡ ਕੀਤੀ ਜਾਂਦੀ ਕਿ ਪੰਜਾਬੀ ਨਹੀਂ ਬੋਲਣੀ। ਤਾਂ ਇਸ ਸਿੱਖਿਆ ਨੀਤੀ ਦੇ ਅਕੋਰਡਿੰਗ ਜਿਹੜੀ ਹਿੰਦੀ ਯਾਨੀ ਕਿ ਜਿਹੜੀ ਆਪਣੀ ਜਿਹੜੀ ਇੱਥੇ ਮਦਰ ਟੰਗ ਹੈ, ਰਾਸ਼ਟਰੀ ਭਾਸ਼ਾ ਹੈ ਜਿਹੜੀ ਆਪਣੀ ਹਿੰਦੀ, ਅਤੇ ਪੰਜਾਬੀ, ਪੰਜਾਬ ਦੇ ਵਿੱਚ ਪੰਜਾਬੀ ਬੋਲਣੀ ਜ਼ਰੂਰੀ ਹੈ, ਪੰਜਾਬੀ, ਠੀਕ ਹੈ। ਇਹਨਾਂ 2 ਭਾਸ਼ਾਵਾਂ ਨੂੰ ਜਿਹੜੀ ਹਰੇਕ ਸਕੂਲ ਦੇ ਵਿੱਚ ਪੜ੍ਹਾਇਆ ਜਾਏਗਾ। ਇੰਗਲਿਸ਼ ਹੈ ਜਿਹੜਾ ਉਹ ਇੱਕ ਸਬਜੈਕਟ ਦੇ ਤੌਰ 'ਤੇ ਹੀ ਲਿਆ ਜਾਏਗਾ, ਜਿੱਦਾਂ ਬਾਕੀ ਮੈਥ ਸਾਇੰਸ ਸਬਜੈਕਟ ਦੇ ਤੌਰ 'ਤੇ ਲਏ ਜਾਂਦੇ ਨੇ, ਉੱਦਾਂ ਇੰਗਲਿਸ਼ ਨੂੰ ਸਿਰਫ ਸਬਜੈਕਟ ਦੇ ਤੌਰ 'ਤੇ ਹੀ ਲਿਆ ਜਾਏਗਾ। पहले 10वीं बोर्ड की परीक्षा देना अनिवार्य होता था, अब नहीं होगा। ਹੁਣ ਜਿੱਦਾਂ ਕਿ 10ਵੀਂ ਬੋਰਡ ਦੀ ਹੁੰਦੀ ਤੇ ਸਾਰੇ ਸਟੂਡੈਂਟਸ ਨੂੰ ਦੇਣੀ ਪੈਂਦੀ ਸੀ ਨਾ, ਜਿਹੜੇ ਆਪਣੇ ਨੋਨ ਬੋਰਡ ਕਲਾਸਿਸ ਦੇ ਪੇਪਰ ਹੁੰਦੇ ਨੇ ਜਾਂ ਫਿਰ ਜਿਹੜੀਆਂ 6th 7th 8th 9th ਕਲਾਸਿਸ ਦੇ ਪੇਪਰ ਹੁੰਦੇ ਨੇ, ਉਹਨਾਂ 'ਚ ਜੇ ਆਪਾਂ ਐਬਸੈਂਟ ਵੀ ਹੋ ਜਾਂਦੇ ਹਾਂ, ਬਿਮਾਰ ਹੁੰਦੇ ਹਾਂ, ਪੇਪਰ ਨਹੀਂ ਦੇ ਪਾਉਂਦੇ, ਲੀਵ ਦੇ ਕੇ ਚੱਲ ਜਾਂਦਾ ਹੈ। ਬਟ 10th ਬੋਰਡ ਦੀ ਹੈ ਉਹ ਦੇਣੀ ਹੀ ਪੈਂਦੀ ਹੈ। ਅਤੇ ਇਸ ਸਿੱਖਿਆ ਨੀਤੀ ਦੇ ਅੰਦਰ ਜੇ ਆਪਾਂ 10th ਕਲਾਸ ਦਾ ਬੋਰਡ ਹਟ ਜਾਂਦਾ ਹੈ ਤਾਂ 10th ਕਲਾਸ ਦੇ ਸਾਰੇ ਪੇਪਰ ਦੇਣਾ ਅਨਿਵਾर्य ਨਹੀਂ ਹੋਏਗਾ। ਯਾਨੀ ਕਿ ਜੇ ਤੁਸੀਂ ਬਿਮਾਰ ਹੋ, ਕੋਈ ਕੰਮ ਹੈ, ਲੀਵ ਦੇ ਕੇ ਚੱਲ ਸਕਦਾ ਹੈ, ठीक है। 9वीं से 12वीं क्लास तक सेमेस्टर में परीक्षा होंगी। स्कूली शिक्षा को
5+3+3+4 के फॉर्मूले के तहत पढ़ाया जाएगा। यानी कि 5-3-3-4 का की फॉर्मूला है आ देख लो, जो तुहानूं साइड ते मैं 5 ईयर फंडामेंटल, 3 ईयर प्रैपरेटरी, 3 ईयर मिडल, 4 ईयर सैकेंडरी का फॉर्मूला समझाया है। इस फॉर्मूले के अंडर पढ़ाया जाएगा तो समैसटर के अकॉर्डिंग स्टडी होया करेगी 9वीं तो 12वीं तक। यानी कि तुहाडे साल नूं 2 समैसटरां दे विच वंड दिता जाएगा। वैसे हुण भी एक तरह की समैसटर के अकॉर्डिंग ही स्टडी हो रही है, टर्म 1 ते टर्म 2 दे विच वंडिया होया है। बस स्कूल वाले की करते हैं, फीसां स्टार्टिंग दे विच इकट्ठियां ला लैंदे ने, ठीक है। तो इन्हां दे विच समैसटर दे विच की होएगा, फीसां आपां नूं एडमिशन फीस 2 बारी पे करनी पेगी, हाफ करके, ठीक है। वही कॉलेज की डिग्री 3 और 4 साल की होगी। यानी कि ग्रेजुएशन के पहले साल पर सर्टिफिकेट, दूसरे साल पर डिप्लोमा, तीसरे साल में डिग्री मिलेगी। जी ग्रेजुएशन की डिग्री आपको तीसरे साल के मिलूगी। 3 साल की डिग्री उन छात्रों के लिए है जिन्हें हायर एजुकेशन नहीं लेना है। वहीं जिन्हें हायर एजुकेशन करना है वो 4 साल की डिग्री करेंगे। 4 साल की डिग्री करने वाले स्टूडेंट्स का MA 1 साल में कर सकते हैं। जिद्दां कि जो आर्ट्स वाले स्टूडेंट्स ने BA करते हैं, जे वो BA 4 साल की कर लेंगे ने तो उन्हों की MA है जी 1 साल की रह जाएगी, ठीक है। MA के छात्र अब सीधा PhD करेंगे। MA करने तो बाद कोई होर कोर्स करने की लोड़ नहीं हैगी, आप सीधा PhD दे विच एडमिशन ले सकते हैं। स्टूडेंट्स बीच में कर सकेंगे दूसरे कोर्स। हायर एजुकेशन के लिए 2035 तक ग्रॉस रेशियो 50% हो जाएगा। वही नई शिक्षा नीति के तहत कोई छात्र एक कोर्स के बीच में अगर कोई दूसरा कोर्स करना चाहे तो पहले कोर्स से सीमित समय के लिए ब्रेक लेकर वो दूसरा कोर्स भी कर सकता है। हायर एजुकेशन में भी कई सुधार किए गए हैं। सुधारों में ग्रेड, एकेडमिक्स आदि शामिल हैं। इसके अलावा क्षेत्रीय भाषाओं में कोर्स शुरू किए जाएंगे। वर्चुअल लैब्स विकसित किए जाएंगे। एक नेशनल नेफ्ट आप कह दें शुरू किया जाएगा। बता दें कि 34,000 कॉलेज देश में 34,000 कॉलेज हैं। ये थे वैसे आई थिंक राउंड फिगर दिसी गई है, बट कॉलेजेस थोड़े ज़्यादा ही होंगे। सरकारी, निजी, डीम्ड सभी संस्थानों के लिए होंगे समान नियम। यानी कि सारे कॉलेजेस लिए जो कॉलेजेस ने नियम लैने ने वो सारे कॉलेजेस से होंगे। स्कूल वाले नियम सारे कॉलेजेस स्कूलों लिए होंगे। यानी कि हरेक स्कूल के ही इदा होएगा 10वीं क्लास है जी बोर्ड की नहीं रहेगी। तो ये तुहाडे लिए इंपॉर्टेंट अपडेट होएगी आई थिंक। बट यह शिक्षा नीति है जी ये जारी की है केंद्र सरकार ने। हले इनू पंजाब च मंजूरी नहीं दी गई। पंजाब गवर्नमेंट कदों इनू मंजूरी दिंदी है वो देखने वाली गल होएगी कि तुसीं चाहते हो कि शिक्षा नीति नू मंजूरी दी जाए। जे हाँ तो कमेंट सैक्शन दे विच जरूर दस्सिओ। मेरी वीडियो वधिया लगी होवे लाइक करियो, वीडियो अपने फ्रेंड्स नू भी शेयर करियो ताकि उन्हां तक भी ये अपडेट पहुँच सके, उन्होंने भी इन्फॉर्मेशन मिल सके। जेड़े मेरे चैनल ते नवे ने चैनल सबसक्राइब कर लो ताकि होर इंपॉर्टेंट अपडेट्स नाल तुसीं जुड़े रहो। थैंक यू गाइज फॉर वॉचिंग माई वीडियो।